ਬਸਪਾ ਦੇ ਹੋਏ ਸਮਝੌਤੇ ਤੋਂ ਬਾਅਦ ਜੇ ਕਿਹਾ ਜਾਵੇ ਕਿ ਸਿਆਸੀ ਸਮੀਕਰਨਾਂ ਦੇ ਉੱਤੇ ਵੱਡਾ ਪ੍ਰਭਾਵ ਪੈਂਦਾ ਹੋਇਆ ਨਜ਼ਰ ਆਊ। ਸਿਆਸੀ ਸਮੀਕਰਨ ਹੀ ਹੁੰਦੇ ਨੇ ਜਦੋਂ ਚੋਣਾਂ ਦੇ ਦੌਰਾਨ ਜਦੋਂ ਗੱਲਬਾਤ ਹੁੰਦੀ ਹੈ ਕਿ ਆਖਰ ਕੌਣ ਕਿਹਦੇ ਨਾਲ ਗਿਆ, ਕੌਣ ਜਿਹੜਾ ਹੈ ਕਿਤੋਂ ਟੁੱਟ ਕੇ ਦੂਜੇ ਪਾਸੇ ਚਲਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਵੇ, ਅੱਜ ਇੱਕ ਮਾਸਟਰ ਸਟ੍ਰੋਕ ਖੇਡਿਆ ਜਦੋਂ ਗੱਲ ਆਈ ਕਿ ਆਖਰਕਾਰ ਦਲਿਤਾਂ ਦੀ ਮੁੱਖ ਪਾਰਟੀ ਕਿਹਾ ਜਾਂਦਾ ਬੀਐਸਪੀ ਨੂੰ, ਤੇ ਪੰਜਾਬ ਦੇ ਵਿੱਚ ਖਾਸਾ ਆਧਾਰ ਉਹਨਾਂ ਪੁਰਾਣੀਆਂ ਲੰਘੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ। ਅੱਜ ਤੁਸੀਂ ਦੇਖੋ ਪਾਰਟੀ ਦਫ਼ਤਰ ਦੇ ਉੱਤੇ ਜਿੱਥੇ ਕਦੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਝੰਡੇ ਲੱਗੇ ਦਿਖਦੇ ਸੀ, ਤਾਂ ਬੀਜੇਪੀ ਨੂੰ ਤਾਂ ਪਾਰਟੀ ਨੇ ਉਹਦੀ ਨਾਂ ਕਹਿਤੀ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਏ ਹੋ ਤਾਂ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ ਹੈਗੇ, ਰਿਸ਼ਤਾ ਤੋੜਤਾ, ਜਿਹੜਾ ਕਿ ਐਨਡੀਏ ਦਾ ਕਾਫੀ ਲੰਬੇ ਸਮੇਂ ਤੋਂ ਚੱਲਿਆ ਰਿਹਾ ਸੀਗਾ, ਸਮਾਂ ਵੀ ਬਹੁਤ ਵੱਡਾ। ਉਸ ਤੋਂ ਬਾਅਦ ਗੱਲ ਕੀਤੀ ਜਾਵੇ, ਅੱਜ ਪਾਰਟੀ ਦਾ ਇਹ ਮੁੱਖ ਦਫ਼ਤਰ ਹੈ ਚੰਡੀਗੜ੍ਹ, ਜਿੱਥੇ ਅਸੀਂ ਖੜੇ ਹਾਂ ਸੈਕਟਰ 28 ਦੇ ਵਿੱਚ, ਤੇ ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਤੇ ਦੂਜੇ ਪਾਸੇ ਬਸਪਾ ਦਾ ਚੋਣ ਨਿਸ਼ਾਨ ਅਤੇ ਬਸਪਾ ਸੁਪਰੀਮੋ ਮਾਇਆਵਤੀ ਅਤੇ ਜੇ ਗੱਲ ਕੀਤੀ ਜਾਵੇ ਕਿ ਉਹਨਾਂ ਦੇ ਜਿਹੜੇ ਝੰਡੇ ਨੇਗੇ ਦੋਹੇ ਝੂਲਦੇ ਹੋਏ ਨਜ਼ਰ ਆਉਂਦੇ ਨੇ। ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੁਣ ਇੱਕ ਹੋ ਕੇ ਹੈ ਜਿਹੜੀ ਮੈਦਾਨੀ ਤੌਰ ਤੇ ਜੇ ਗੱਲ ਕੀਤੀ ਜਾਵੇ ਵਿਰੋਧੀ ਪਾਰਟੀਆਂ ਦਾ ਮੁਕਾਬਲਾ ਕਰਨਗੇ। 2022 ਚੋਣਾਂ ਨੂੰ ਲੈ ਕੇ ਤਿਆਰੀ ਅੱਜ ਤੋਂ ਹੀ ਸ਼ੁਰੂ ਕਰਤੀ ਹੈ ਉਹਨਾਂ ਨੇ। ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਸਿਆਸੀ ਸਮੀਕਰਨ ਬਦਲੇ ਨੇ, 1996 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਹੋਇਆ ਸੀ। ਜਦੋਂ ਗੱਲ ਕੀਤੀ ਜਾਵੇ ਕਿ 1996 ਦੇ ਵਿੱਚ 13 ਜਿਹੜਾ ਸੀਟਾਂ ਦੇ ਵਿੱਚੋਂ 11 ਸੀਟਾਂ ਨੇ ਜਿਹੜੀਆਂ ਇਸ ਗੱਠਜੋੜ ਨੇ ਲਈਆਂ, ਜਿਹਦੇ ਵਿੱਚ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਗੱਠਜੋੜ ਹੋਇਆ ਸੀ। ਇੱਕ ਕਹਿ ਸਕਦੇ ਹਾਂ ਵੱਡੀ ਜਿੱਤ ਦੇ ਤੌਰ ਤੇ ਇਹਨੂੰ ਦੇਖਿਆ ਗਿਆ। ਤਾਂ ਉਸ ਤੋਂ ਬਾਅਦ 25 ਸਾਲ ਦੇ ਇਸ ਸਫ਼ਰ ਤੋਂ ਬਾਅਦ ਜੇ ਕਹੀਏ ਤਾਂ ਹੁਣ ਇੱਕ ਵਾਰ ਫਿਰ ਤੋਂ ਦੋਨੇ ਪਾਰਟੀਆਂ ਇਕੱਠੀਆਂ ਹੋਈਆਂ ਨੇ। ਪਾਰਟੀ ਕਿਹਾ ਜਾਵੇ ਦੋਨਾਂ ਦੇ ਸੁਪਰੀਮੋ, ਚਾਹੇ ਗੱਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਹੋਵੇ, ਪਹਿਲਾਂ ਉਹਨਾਂ ਨੇ ਐਲਾਨ ਕਰਿਆ, ਤੇ ਦੂਜੇ ਪਾਸੇ ਦੇਖਿਆ ਜਾਵੇ ਸਤੀਸ਼ ਚੰਦਰ ਮਿਸ਼ਰਾ ਜਿਹੜੇ ਰਾਜ ਸਭਾ ਮੈਂਬਰ ਨੇ ਤੇ ਬਸਪਾ ਦੇ ਵਿੱਚ ਇੱਕ ਵੱਡਾ ਕੱਦ ਰੱਖਦੇ ਨੇ, ਮਾਇਆਵਤੀ ਦੇ ਰਾਈਟ ਹੈਂਡ ਕਹੇ ਜਾਂਦੇ ਨੇ, ਉਹ ਆਏ ਖੁਦ ਤੇ ਉਹਨਾਂ ਨੇ ਵੀ ਇਹ ਗੱਲ ਐਲਾਨ ਕਰਿਆ ਕਿ ਅਸੀਂ ਜਿਹੜਾ ਹੁਣ ਚੋਣਾਂ ਦਾ ਸਫ਼ਰ ਇਕੱਠੇ ਤੈਅ ਕਰਾਂਗੇ। ਸੁਖਬੀਰ ਬਾਦਲ ਨੇ ਤਾਂ ਇੱਥੇ ਤੱਕ ਕਹਿਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਣਗੀਆਂ ਉਹ ਅਸੀਂ ਇਕੱਠੇ ਲੜਾਂਗੇ, ਇਕੱਲੀ ਵਿਧਾਨ ਸਭਾ ਚੋਣਾਂ ਤੱਕ ਹੀ ਸੀਮਤ ਨਹੀਂ ਰਹਾਂਗੇ। ਤੁਸੀਂ ਆਪ ਸੁਣੋ, ਆਪ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਪੂਰੇ ਸਫ਼ਰ ਦੇ ਦੌਰਾਨ ਹੁਣ ਬਸਪਾ ਅਕਾਲੀ ਦਲ ਦਾ ਗੱਠਜੋੜ ਕੀ ਕੁਝ ਰੰਗ ਲਿਆਉਂਦਾ ਹੈਗਾ। ਕਹਿੰਦੇ ਹਨ ਕਿ ਸਿਆਸਤ ਦੇ ਵਿੱਚ ਕੋਈ ਦੋਸਤ ਕੋਈ ਦੁਸ਼ਮਣ ਨਹੀਂ ਹੁੰਦਾ। 25 ਸਾਲਾਂ ਬਾਅਦ ਮੁੜ ਤੋਂ ਦੋ ਵੱਡੀਆਂ ਪਾਰਟੀਆਂ ਵਿਚਾਲੇ ਚੋਣ ਸਮਝੌਤਾ ਸਿਰੇ ਚੜ ਗਿਆ। ਦਾਅਵਾ ਹੈ ਕਿ ਇਹ ਗੱਠਜੋੜ ਸਿਰਫ ਵਿਧਾਨ ਸਭਾ ਚੋਣਾਂ ਤੱਕ ਹੀ ਮਹਦੂਦ ਨਹੀਂ ਰਹੇਗਾ, ਬਲਕਿ ਇਤਿਹਾਸਕ ਹੋ ਨਿਬੜੇਗਾ। ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਦਿਨ ਹੈ, ਇਤਿਹਾਸਿਕ ਦਿਨ ਹੈ। ਪੰਜਾਬ ਦੀ ਅਗਲੀ ਪੋਲਿਟਿਕਸ ਵਿੱਚ ਇੱਕ ਬਹੁਤ ਵੱਡਾ ਮੋੜ ਹੈ। ਸ਼੍ਰੋਮਣੀ ਅਕਾਲੀ ਦਲ, ਪਹਿਲੇ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਇਕੱਠੇ ਅਸੀਂ ਜਿਹੜਾ ਆਉਣ ਵਾਲਾ ਵਿਧਾਨ ਸਭਾ ਹਲਕਾ 2022 ਤੇ ਉਹਦੇ ਬਾਅਦ ਵੀ ਜਿੰਨੇ ਵੀ ਇਲੈਕਸ਼ਨ होंगे ਅਸੀਂ इकट्ठे लड़ांगे। आज बहुजन समाज पार्टी जो कि एक नेशनल पार्टी है, उसका गठबंधन पंजाब की सबसे मजबूत पार्टी अकाली दल श्रोमणी अकाली दल के साथ में हो रहा है और हो गया है। ये गठबंधन 25 साल आपस में बिछड़ने के बाद दोबारा हुआ है, और चूंकि ये 25 साल के बाद आपस में मिल रहे हैं, तो जैसा कि अभी सुखबीर जी ने कहा कि ये गठबंधन अब टूटने वाला नहीं है और ये गठबंधन हमारा हमेशा चलता रहेगा। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਗੱਠਜੋੜ ਦੇ ਲਈ ਅਕਾਲੀ ਦਲ ਪਾਰਟੀ ਦੇ ਮੁੱਖ ਦਫ਼ਤਰ ਦੀ ਰੌਣਕ ਵੇਖਦਿਆਂ ਹੀ ਬਣ ਰਹੀ ਸੀ। ਕਿਸੇ ਵਿਆਂਦੜ ਵਾਂਗ ਸਜੇ ਦਫ਼ਤਰ ਦੇ ਵਿੱਚ ਇੱਕ ਨਹੀਂ ਬਲਕਿ ਦੋ ਝੰਡੇ ਲਹਿਰਾ ਰਹੇ ਸਨ। ਕੇਸਰੀ ਅਤੇ ਨੀਲੇ ਰੰਗ ਦਾ ਸੁਮੇਲ ਵੇਖਦਿਆਂ ਹੀ ਬਣ ਰਿਹਾ ਸੀ। ਚਿੱਟੇ ਕੁੜਤੇ ਪਜਾਮਿਆਂ ਦੇ ਵਿੱਚ ਸੱਜ-ਧੱਜ ਕੇ ਆਏ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਨਾਲ ਦਫ਼ਤਰ ਵਿੱਚ ਲਹਿਰਾਂ ਬਹਿਰਾਂ ਲੱਗ ਗਈਆਂ ਸਨ। ਚੋਣ ਗੱਠਜੋੜ ਦਾ ਐਲਾਨ ਹੁੰਦਿਆਂ ਹੀ ਸੂਬੇ ਦੇ ਵਿੱਚ ਲੱਡੂ ਵੰਡੇ ਗਏ ਅਤੇ ਜਸ਼ਨ ਮਨਾਏ ਗਏ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਤੀਸ਼ ਚੰਦਰ ਮਿਸ਼ਰਾ ਨੇ ਮਿਲ ਕੇ ਦੋਵੇਂ ਪਾਰਟੀਆਂ ਵਿਚਾਲੇ ਗੱਠਜੋੜ ਦਾ ਐਲਾਨ ਕੀਤਾ ਅਤੇ ਦੋਵੇਂ ਦਲਾਂ ਵਿਚਾਲੇ ਸੀਟ ਵੰਡ ਦਾ ਵੀ ਮੌਕੇ ਤੇ ਹੀ ਐਲਾਨ ਕਰ ਦਿੱਤਾ ਗਿਆ। 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ
ਸ਼੍ਰੋਮਣੀ ਅਕਾਲੀ ਦਲ 97 ਅਤੇ ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਚੋਣ ਲੜੇਗੀ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਲਈ ਮਾਝੇ ਵਿੱਚ 5, ਦੁਆਬੇ ਵਿੱਚ 8 ਅਤੇ ਮਾਲਵੇ ਦੇ ਵਿੱਚ 7 ਸੀਟਾਂ ਛੱਡੀਆਂ ਨੇ। ਬਸਪਾ ਮੋਹਾਲੀ, ਕਰਤਾਰਪੁਰ, ਜਲੰਧਰ ਉੱਤਰੀ, ਜਲੰਧਰ ਪੱਛਮੀ, ਸ਼੍ਰੀ ਅਨੰਦਪੁਰ ਸਾਹਿਬ, ਫਗਵਾੜਾ, ਹੁਸ਼ਿਆਰਪੁਰ ਸ਼ਹਿਰੀ, ਮਹਿਲ ਕਲਾਂ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬਸਤੀ ਪਠਾਣਾ, ਨਵਾਂ ਸ਼ਹਿਰ, ਲੁਧਿਆਣਾ ਉੱਤਰੀ, ਪਠਾਨਕੋਟ, ਸੁਜਾਨਪੁਰ, ਬੋਹਾ, ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਕੇਂਦਰੀ ਅਤੇ ਪਾਇਲ ਸੀਟਾਂ ਉੱਤੇ ਚੋਣ ਲੜੇਗੀ। ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਇਲੈਕਸ਼ਨ ਲੜੂਗੀ ਤੇ ਬਾਕੀ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਲੜੂਗਾ। ਬੋਲੇ ਸੋ ਨਿਹਾਲ ਜਿੰਦਾਬਾਦ ਭਾਰਤੀ ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਹਾਲੇ ਥੋੜਾ ਭੁਲੇਖਾ ਲੱਗੇਗਾ ਵਿੱਚ ਤੇ ਇੱਕ ਮਿੰਟ ਤੇ ਮੈਂ ਜਿਹੜੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਲੜ ਰਹੀ ਹੈ ਇਹ ਸਮਝੌਤੇ ਤੇ ਉਹਨਾਂ ਦਾ ਮੈਂ ਅੱਜ ਐਲਾਨ ਕਰਨ ਲੱਗਿਆ। ਪਹਿਲੀ ਸੀਟ ਕਰਤਾਰਪੁਰ ਸਾਹਿਬ ਜਲੰਧਰ ਡਿਸਟ੍ਰਿਕਟ ਵਿੱਚ, ਕਰਤਾਰਪੁਰ। ਦੂਜੀ ਜਲੰਧਰ ਵੈਸਟ, ਜਲੰਧਰ ਨਾਰਥ ਉਹ ਵੀ ਜਲੰਧਰ ਜ਼ਿਲ੍ਹੇ 'ਚ, ਫਗਵਾੜਾ ਕਪੂਰਥਲਾ ਜ਼ਿਲ੍ਹੇ ਵਿੱਚ, ਹੁਸ਼ਿਆਰਪੁਰ ਸ਼ਹਿਰੀ ਜੋ ਮੇਨ ਹੁਸ਼ਿਆਰਪੁਰ ਸ਼ਹਿਰ ਦੀ ਸੀਟ ਹੈ ਉਹ ਹੁਸ਼ਿਆਰਪੁਰ ਵਿੱਚ, ਟਾਂਡਾ ਸੀਟ ਜੋ ਹੁਸ਼ਿਆਰਪੁਰ ਵਿੱਚ ਹੈ, ਦਸੂਹਾ ਸੀਟ ਜੋ ਹੁਸ਼ਿਆਰਪੁਰ ਵਿੱਚ ਹੈ, ਚਮਕੌਰ ਸਾਹਿਬ ਸੀਟ ਜੋ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ 'ਚ ਹੈ, ਰੋਪੜ ਜ਼ਿਲ੍ਹੇ 'ਚ ਹੈ, ਬੱਸੀ ਪਟਾਣਾ ਸੀਟ ਜੋ ਫਤਿਹਗੜ੍ਹ ਸਾਹਿਬ 'ਚ ਹੈ, ਮਹਿਲ ਕਲਾਂ ਸੀਟ ਜੋ ਬਰਨਾਲਾ 'ਚ ਹੈ, ਨਵਾਂ ਸ਼ਹਿਰ ਸੀਟ ਜੋ ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਭਗਤ ਸਿੰਘ ਨਗਰ 'ਚ ਹੈ, ਲੁਧਿਆਣਾ ਨਾਰਥ ਸੀਟ ਜੋ ਲੁਧਿਆਣੇ 'ਚ ਹੈ, ਪਠਾਨਕੋਟ ਜ਼ਿਲ੍ਹੇ ਦੀਆਂ ਸੁਜਾਨਪੁਰ ਸੀਟ, ਬੋਹਾ ਸੀਟ ਤੇ ਪਠਾਨਕੋਟ ਸੀਟ, ਆ 3 ਸੀਟਾਂ ਪਠਾਨਕੋਟ ਜ਼ਿਲ੍ਹੇ 'ਚ। ਫਿਰ ਅਨੰਦਪੁਰ ਸਾਹਿਬ ਦੀ ਸੀਟ ਰੋਪੜ ਜ਼ਿਲ੍ਹੇ 'ਚ, ਮੋਹਾਲੀ ਦੀ ਸੀਟ ਮੋਹਾਲੀ ਜ਼ਿਲ੍ਹੇ 'ਚ, ਅੰਮ੍ਰਿਤਸਰ ਨਾਰਥ ਅੰਮ੍ਰਿਤਸਰ ਜ਼ਿਲ੍ਹੇ 'ਚ, ਅੰਮ੍ਰਿਤਸਰ ਸੈਂਟਰਲ ਅੰਮ੍ਰਿਤਸਰ ਜ਼ਿਲ੍ਹੇ 'ਚ ਤੇ ਪਾਇਲ ਜਿਹੜੀ ਹੈ ਉਹ ਲੁਧਿਆਣਾ ਜ਼ਿਲ੍ਹੇ 'ਚ। ਇਹ ਸੀਟਾਂ ਵਿੱਚ ਮੈਂ ਕਹਿਣਾ ਚਾਹਣਾ ਮਾਲਵਾ ਵਿੱਚ 7 ਸੀਟਾਂ ਬੀਐਸਪੀ ਲੜੇਗੀ, ਮਾਝਾ ਵਿੱਚ 5 ਸੀਟਾਂ ਬੀਐਸਪੀ ਲੜੇਗੀ ਤੇ ਦੁਆਬਾ ਵਿੱਚ 8 ਸੀਟਾਂ ਬੀਐਸਪੀ ਲੜੇਗੀ। ਦੋਹੇ ਪਾਰਟੀਆਂ ਦੇ ਵੱਡੇ ਲੀਡਰਾਂ ਦੀ ਗੱਲ ਤੁਸੀਂ ਸੁਣੀ ਕਿ ਆਖਰਕਾਰ ਜਿਵੇਂ ਸੁਖਬੀਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਇਸ ਮੌਕੇ ਦੇ ਦੌਰਾਨ ਹੀ ਉਹਨਾਂ ਨੇ ਟਿਕਟਾਂ ਦਾ ਵੀ ਐਲਾਨ ਕਰਿਆ। ਯਾਦ ਹੋਵੇ ਕਿ ਬੀਜੇਪੀ ਦੇ ਨਾਲ ਜਦੋਂ ਗਠਬੰਧਨ ਸੀ ਸ਼੍ਰੋਮਣੀ ਅਕਾਲੀ ਦਲ ਦਾ ਤਾਂ 23 ਸੀਟਾਂ ਬੀਜੇਪੀ ਨੂੰ ਦਿੱਤੀਆਂ ਜਾਂਦੀਆਂ ਸੀ। ਹਰ ਵਾਰੀ ਜ਼ਿਆਦਾ ਸੀਟਾਂ ਦੀ ਮੰਗ ਬੀਜੇਪੀ ਰੱਖਦੀ ਸੀ ਪਰ 23 ਤੇ ਸਮਝੌਤਾ ਹੋ ਜਾਂਦਾ ਸੀ ਜਦੋਂ ਦਿੱਲੀ ਹਾਈ ਕਮਾਂਡ ਜਾ ਕੇ ਇਹ ਗੱਲ ਹੁੰਦੀ ਸੀ। ਪਰ ਹੁਣ ਇਸ ਵਾਰ ਦੇਖੋ ਕਿ 20 ਸੀਟਾਂ ਨੇ ਜਿਹੜੀਆਂ ਉਹ ਤੁਸੀਂ ਕਿਤੇ ਨਾ ਕਿਤੇ ਅਕਾਲੀ ਦਲ ਨੇ ਬਸਪਾ ਨੂੰ ਦਿੱਤੀਆਂ ਨੇ। 3 ਸੀਟਾਂ ਪਿੱਛੇ ਫਿਰ ਬਚਦੀਆਂ ਨੇ। ਉਹ 3 ਸੀਟਾਂ ਇਸ਼ਾਰਾ ਕਰਦੀਆਂ ਨੇ ਕਿਤੇ ਨਾ ਕਿਤੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੋਈ ਇਸ ਤਰ੍ਹਾਂ ਦਾ ਮਾਸਟਰ ਸਟ੍ਰੋਕ ਅਕਾਲੀ ਦਲ ਖੇਡ ਸਕਦਾ ਹੈ। ਉਹੀ ਅਕਾਲੀ ਦਲ ਜਿਹਨੂੰ ਕਿਤੇ ਨਾ ਕਿਤੇ ਕਿਹਾ ਜਾਂਦਾ ਸੀ ਕਿ ਬਿਲਕੁਲ ਥੋੜ੍ਹੀਆਂ ਜਿਹੀਆਂ ਸੀਟਾਂ ਤੇ ਘਟ ਕੇ ਆ ਗਿਆ ਜਿੱਥੇ, ਤਾਂ ਇਹ ਨਾਲ ਅੱਜ ਕੋਈ ਜਾਣਾ ਨਹੀਂ ਚਾਹੂ। ਪਰ ਅੱਜ ਸਮੀਕਰਨ ਬਦਲਦੇ ਹੋਏ ਕਿਵੇਂ ਦਿਖਾਈ ਦਿੰਦੇ ਨੇ ਸਿਆਸਤ ਦੇ, ਉਹ ਵੀ ਇੱਕ ਉਦਾਹਰਨ ਅਕਾਲੀ ਦਲ ਬਣ ਚੁੱਕਿਆ ਕਿ ਜਿੱਥੇ ਇੱਕ ਬਸਪਾ ਵਰਗੀ ਪਾਰਟੀ, ਨੈਸ਼ਨਲ ਪਾਰਟੀ ਜਿਹਦਾ ਵੋਟ ਬੈਂਕ ਦਲਤਾਂ ਦੇ ਵਿੱਚ ਇੱਕ ਵੱਡਾ ਦਰ ਰੱਖਦਾ, ਉਹ ਅੱਜ ਜੁੜਦਾ ਹੈ। ਤੇ ਇਹੀ ਟਿਕਟਾਂ ਦੇ ਅਨਾਉਂਸਮੈਂਟ ਦੇ ਵਿੱਚ ਦੁਆਬੇ ਦੇ ਵਿੱਚ 8 ਸੀਟਾਂ, 7 ਸੀਟਾਂ ਤੇ 5 ਸੀਟਾਂ ਨੇ ਮਾਝਾ ਮਾਲਵੇ ਦੇ ਵਿੱਚ ਦਿੱਤੀਆਂ ਨੇਗੀਆਂ, ਸ਼੍ਰੋਮਣੀ ਅਕਾਲੀ ਦਲ ਨੇ ਛੱਡੀਆਂ ਨੇ, ਤਾਂ ਰਹਿ ਗਿਆ ਪਿੱਛੇ 3 ਸੀਟਾਂ। ਉਹ 3 ਸੀਟਾਂ ਨੂੰ ਲੈ ਕੇ ਹੁਣ ਇਹ ਹੈ ਕਿ ਕੀ ਅਕਾਲੀ ਦਲ ਉਹ 3 ਸੀਟਾਂ ਤੇ ਖੁਦ ਲੜੂਗਾ ਚੋਣ ਜਾਂ ਫਿਰ ਕਿਤੇ ਨਾ ਕਿਤੇ ਹੋਰ ਕੋਈ ਆ ਸਕਦਾ ਵਿੱਚ। ਉਹਦੇ ਵਿੱਚ ਹੁਣ ਐਂਟਰੀ ਹੋ ਸਕਦੀ ਹੈ ਸੀਪੀਆਈ ਸੀਪੀਐਮ ਦੀ, ਕਿਉਂਕਿ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਇਹ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਆ ਪਰ ਉਹ ਸਮਝੌਤਾ ਹੁਣ ਕਿਸ ਚੀਜ਼ ਦੇ ਨਾਲ ਨੇਪਰੇ ਚੜ੍ਹਦਾ ਹੈ। ਲੀਡਰ ਇੱਥੋਂ ਤੱਕ ਗੱਲ ਕਰ ਚੁੱਕੇ ਨੇ ਕਿ ਜਦੋਂ ਇਹ ਦੋਨੇ ਪਾਰਟੀਆਂ ਦੇ ਨਾਲ ਗੱਲ ਚੱਲਦੀ ਸੀ, ਯਾਨੀ ਕਿ ਬਸਪਾ, ਸੀਪੀਆਈ, ਸੀਪੀਐਮ, ਯਾਨੀ ਕਿ ਇਹ 3 ਪਾਰਟੀਆਂ ਦੇ ਨਾਲ ਗੱਲ ਚੱਲਦੀ ਸੀ, ਤਾਂ
ਤਿੰਨਾਂ ਦੇ ਨਾਲ ਇਹ ਵੀ ਗੱਲ ਕੀਤੀ ਗਈ ਕਿ ਤੁਹਾਨੂੰ ਤਿੰਨਾਂ ਨੂੰ ਤਾਂ ਨਹੀਂ ਕਿਸੇ ਨੂੰ ਇਤਰਾਜ਼ ਇੱਕ ਦੂਜੇ ਦੇ ਨਾਲ, ਤਾਂ ਅਕਾਲੀ ਦਲ ਦੇ ਲੀਡਰ ਇਹ ਗੱਲ ਵੀ ਕਹਿੰਦੇ ਨੇ ਕਿ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰੀ ਹੈ ਕਿ ਸਾਨੂੰ ਕਿਸੇ ਨੂੰ ਇਤਰਾਜ਼ ਨਹੀਂ ਹੈਗਾ। ਤਾਂ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੋਈ ਵੱਡਾ ਮਾਸਟਰ ਸਟ੍ਰੋਕ ਅਕਾਲੀ ਦਲ ਖੇਡ ਸਕਦਾ ਹੈ, ਜਿਸ ਤਰ੍ਹਾਂ ਦੇ ਇਤਿਹਾਸ ਨੂੰ ਲੈ ਕੇ ਅੱਗੇ ਚੱਲਿਆਗਾ। ਕਾਬਲੇ ਜ਼ਿਕਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਇਹ ਪਹਿਲਾ ਗੱਠਜੋੜ ਨਹੀਂ ਹੈ। ਇਸ ਤੋਂ ਪਹਿਲਾਂ 1996 ਵਿੱਚ ਦੋਹਾਂ ਪਾਰਟੀਆਂ ਨੇ ਮਿਲ ਕੇ ਲੋਕ ਸਭਾ ਚੋਣ ਲੜੀ ਸੀ ਅਤੇ 13 ਸੀਟਾਂ ਵਿੱਚੋਂ 11 ਸੀਟਾਂ ਤੇ ਵੱਡੀ ਜਿੱਤ ਹਾਸਲ ਕੀਤੀ ਸੀ। ਪਹਿਲਾ ਸਮਝੌਤਾ ਬਹੁਜਨ ਸਮਾਜ ਪਾਰਟੀ ਨਾਲ 96 ਚ ਹੋਇਆ, ਜਦੋਂ ਜਿੱਥੇ ਬਾਬੂ ਸ਼੍ਰੀ ਕਾਂਸ਼ੀ ਰਾਮ ਜੀ ਇਲੈਕਸ਼ਨ ਲੜੇ, ਉਦੋਂ ਇਤਿਹਾਸਿਕ ਰਿਜ਼ਲਟ ਆਇਆ। 13 ਪਾਰਲੀਮੈਂਟਾਂ ਵਿੱਚੋਂ 11 ਪਾਰਲੀਮੈਂਟ ਸੀਟ ਗੱਠਜੋੜ ਜਿੱਤੀ। ਬਹੁਜਨ ਸਮਾਜ ਪਾਰਟੀ ਨੇ 3 ਲੜੀਆਂ, 3 ਤੋਂ 3 ਜਿੱਤੇ। ਸ਼੍ਰੋਮਣੀ ਅਕਾਲੀ ਦਲ 10 ਲੜੀ ਸੀ, ਉੱਥੇ 8 ਜਿੱਤੇ। ਤੇ ਮੈਂ ਕਹਿ ਸਕਦਾ ਕਿ ਸਾਡੀ ਪਾਰਟੀ ਵਿੱਚ ਜਦੋਂ ਵਿਚਾਰਾਂ ਸ਼ੁਰੂ ਹੋਈਆਂ ਕਿ ਆਪਣਾ ਫਿਊਚਰ ਕੋਰਸ ਕੀ ਹੈ, ਸਾਡੀ ਪਾਰਟੀ ਵਿੱਚ ਗਰਾਊਂਡ ਲੈਵਲ ਵਰਕਰ ਤੋਂ ਲੈ ਕੇ ਉੱਪਰ ਸੋਚ ਸੀ ਕਿ ਆ ਦੋਨੋਂ ਪਾਰਟੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਇਸ ਮੌਕੇ ਆਗੂਆਂ ਨੇ ਦਲਿਤਾਂ ਨਾਲ ਹਾਕਮ ਧਿਰਾਂ ਦੇ ਰਵੱਈਏ ਦੀ ਵੀ ਕਰੜੀ ਆਲੋਚਨਾ ਕੀਤੀ। ਅਫਸੋਸ ਜਦੋਂ ਦੀ ਕੈਪਟਨ ਸਰਕਾਰ ਆਈ ਹੈ, ਐਸਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕਰ ਦਿੱਤੀ। ਜਿਹੜਾ ਉਹਨਾਂ ਦਾ ਮੰਤਰੀ ਉਹਨੇ ਘਟਾਲੇ ਕੀਤੇ, ਅੱਜ ਤੱਕ ਬੰਦ ਹੈ ਜੀ। ਹੋਰ ਵੀ ਜਿਹੜੀਆਂ ਸਕੀਮਾਂ ਗਰੀਬ ਦਲਿਤ ਪਰਿਵਾਰਾਂ ਨੂੰ ਦਿੰਦੇ ਸੀ, ਉਹ ਵੀ ਉਹਨਾਂ ਨੇ ਘਟਾਤੀਆਂ ਜਾਂ ਬੰਦ ਕਰਤੀਆਂ ਜਾਂ ਦੇਣਾ ਬੰਦ ਕਰ ਦਿੱਤਾ। ਆਹ ਤਾਂ ਸੋਚ ਕਾंग्रेस पार्टी दी रही है। ये गठबंधन इसलिए भी ऐतिहासिक और खास है क्योंकि ये गठबंधन पंजाब प्रदेश में वर्तमान में चल रहे करप्शन और घोटालों से लिप्त कांग्रेस की सरकार, जो खास तौर पर किसान विरोधी एवं दलित विरोधी है, को हटाकर अपनी गठबंधन की सरकार श्री सुखबीर सिंह बादल जी के नेतृत्व में बनाकर इस प्रदेश के सभी किसानों, दलितों, सत श्री अकाल, सर्व समाज के गरीबों, मजलूमों, मजदूरों आदि की समस्याओं को दूर करते हुए समूचे पंजाब का विकास करते हुए, भ्रष्टाचार को खत्म करते हुए पंजाब के समस्त पंजाबियों को उनका हक और सम्मान दिलाने का काम करेगी। ਇਸ ਪੱਤਰਕਾਰ ਮਿਲਣੀ ਦੌਰਾਨ ਚੋਣ ਗੱਠਜੋੜ ਦਾ ਐਲਾਨ ਕਰਦਿਆਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਦੀ ਸਮਾਨਤਾ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ, ਜਦਕਿ ਸਤੀਸ਼ ਮਿਸ਼ਰਾ ਨੇ ਕਿਹਾ ਕਿ ਚੋਣ ਗੱਠਜੋੜ ਦੇ ਐਲਾਨ ਦੇ ਲਈ ਮਾਇਆਵਤੀ ਖੁਦ ਆਉਣਾ ਚਾਹੁੰਦੇ ਸਨ, ਪਰ ਇੱਕ ਵਜ੍ਹਾ ਕਰਕੇ ਨਹੀਂ ਆਏ। ਗੁਰੂ ਸਾਹਿਬਾਨ ਨੇ ਕਿਹਾ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਸੋ ਉਸੇ ਹੀ ਸੋਚ ਤੇ ਸ਼੍ਰੋਮਣੀ ਅਕਾਲੀ ਦਲ ਚੱਲਦੀ ਹੈ ਤੇ ਉਸੇ ਹੀ ਸੋਚ ਤੇ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਚੱਲਦੀ ਹੈ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜੋ ਰਿਸ਼ਤਾ ਮੇਰੇ ਪਿਤਾ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਬਣਾਇਆ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ, ਉਹ ਰਿਸ਼ਤਾ ਅੱਜ ਫਿਰ ਤੋਂ ਮੇਰੀ ਅਗਵਾਈ ਥੱਲੇ ਸ਼੍ਰੋਮਣੀ ਅਕਾਲੀ ਦਲ और बहन मायावती जी की अगुवाई थले बीएसपी का रिश्ता फिर तो जुड़ गया है। आज का ये ऐतिहासिक गठबंधन इतना महत्वपूर्ण है कि इसके लिए सही माने में माननीय बहन मायावती जी, जो हमारी पार्टी की राष्ट्रीय अध्यक्ष हैं, वो स्वयं आना चाहती थी, लेकिन और इस गठबंधन की घोषणा में वो खुद रहना चाहती थी, लेकिन कोरोना की वजह से और कोरोना में के अंतर्गत लगे जो रिस्ट्रिक्शंस हैं उसके तहत यहाँ पर, क्योंकि ये सभी को मालूम है अगर बहन मायावती जी यहाँ आती तो हम लोग बहुजन समाज पार्टी के हजारों कार्यकर्ता जो पंजाब के हैं उनको यहाँ पर आने से रोक नहीं पाते। इस मौके सुखबीर सिंह बादल ने बसपा के जनरल सकत्तर सतीश चंद्र मिश्रा, पंजाब ते हरियाणा के इंचार्ज रणधीर सिंह बैनीवाल ਅਤੇ बसपा के पंजाब प्रधान जसबीर सिंह गढ़ी का विशेष सम्मान किया। सुखबीर सिंह बादल ने बसपा आगुआं नूं श्रोमणी अकाली दल के इतिहास तो भी जाणू करवाया। मिश्रा जी ने मैं दसना चाहना कि इस साल साडी पार्टी के 100 साल पूरे हो गए। देश की आज़ादी दे विच ते देश की आज़ादी के बाद भी श्रोमणी अकाली दल ने
ਸਭ ਤੋਂ ਵੱਧ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ। ਦੇਸ਼ ਦੀ ਆਜ਼ਾਦੀ ਦੇ ਬਾਅਦ ਹਰ ਗਰੀਬ ਦੀ, ਕਿਸਾਨ ਦੀ, ਮਜ਼ਦੂਰ ਦੀ ਲੜਾਈ ਵਿੱਚ ਸਾਡੀ ਲੀਡਰਸ਼ਿਪ ਨੇ 15-15, 16-16 साल जेलां कटियां। क्योंकि बहुजन समाज पार्टी और शिरोमणि अकाली दल की सोच आप और उद्देश्य दोनों ही आपस में मिलते हैं। दोनों ही पार्टियां किसानों, दलितों, शोषितों, मजदूरों, तरह दबे कुचले लोगों के हक और उत्थान के लिए लड़ाई लड़ती रहती हैं और लड़ती रहेंगी। इस मौके सुखबीर सिंह बादल ने कांशी राम ਅਤੇ बसपा सुप्रीमो मायावती ਦਾ ਵੀ ਖਾਸ ਤੌਰ ਤੇ ਜ਼ਿਕਰ ਕੀਤਾ ਅਤੇ ਦੋਵਾਂ ਪਾਰਟੀਆਂ ਦੇ ਸਮਾਜ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ। ਮੈਨੂੰ ਬੜੀ ਖੁਸ਼ੀ ਹੈ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ ਜੋ ਫਾਊਂਡਰ ਸੀ ਬਹੁਜਨ ਸਮਾਜ ਪਾਰਟੀ ਦੇ, ਉਹਨਾਂ ਨੇ ਆ ਜਿਹੜੀ ਮੂਵਮੈਂਟ ਹੈ ਗਰੀਬ ਦੀ ਮੂਵਮੈਂਟ, ਜੋ ਸੈਕਸ਼ਨ ਦਬਾਇਆ ਜਾ ਰਿਹਾ ਸੀ, ਕੁਚਲਿਆ ਜਾ ਰਿਹਾ ਸੀ, ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਆਵਾਜ਼ ਬਣ ਕੇ, ਜਿਵੇਂ ਡਾਕਟਰ ਅੰਬੇਡਕਰ ਜੀ ਨੇ ਦੇਸ਼ ਵਿੱਚ ਸੰਵਿਧਾਨ ਬਣਾ ਕੇ ਰਾਈਟਸ ਦਿੱਤੇ, ਉਵੇਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਪੂਰੇ ਦੇਸ਼ ਵਿੱਚ ਇੱਕ ਐਜੀ ਮੂਵਮੈਂਟ ਖੜੀ ਕੀਤੀ ਜਿਹਨੂੰ ਅਸੀਂ ਸਲਾਮ ਕਰਨਾ ਚਾਹੁੰਦੇ ਹਾਂ। ਤੇ ਮੈਂ ਅੱਜ ਸਭ ਤੋਂ ਪਹਿਲੇ ਮੈਂ ਬਹਿਨ ਮਾਇਆਵਤੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਆ ਅਲਾਇੰਸ ਹੋਣ ਵਿੱਚ, ਆ ਦੋ ਪਰਿਵਾਰ ਇਕੱਠੇ ਜੁੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਮੈਂ ਬਹਿਨ ਮਾਇਆਵਤੀ ਜੀ ਦਾ, ਜੋ ਉਹਨਾਂ ਨੇ, ਮੈਂ ਕਿ ਜੋ ਗੱਲਾਂ ਹੋਈਆਂ, ਵਿਚਾਰਾਂ ਹੋਈਆਂ, ਜਿਵੇਂ ਉਹਨਾਂ ਦੀ ਸੋਚ ਹੈ, ਬੜੀ ਕਲੀਅਰ ਸੋਚ ਹੈ, ਫਿਊਚਰਿਸਟਿਕ ਸੋਚ ਹੈ, ਤੇ ਮੈਂ ਐਜ਼ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ, ਕਿਉਂਕਿ ਇਹ ਦੋਨੋਂ ਪਾਰਟੀਆਂ ਵਾਸਤੇ ਇੱਕ ਇਤਿਹਾਸਿਕ ਦਿਨ ਹੈ। ਦੋਨੋਂ ਪਾਰਟੀਆਂ ਦੀ ਆਈਡੀਓਲੋਜੀ, ਸੋਚ ਇੱਕੋ ਜਿਹੀ ਹੈ। ਦੋਨੋਂ ਪਾਰਟੀਆਂ ਗਰੀਬ, ਕਿਸਾਨ, ਮਜ਼ਦੂਰ, ਜੋ ਜਿਨ੍ਹਾਂ ਲੋਕਾਂ ਨੂੰ ਦਬਿਆ ਜਾਂਦਾ ਸੀ, ਕੁਚਲਿਆ ਜਾਂਦਾ ਸੀ, ਉਹਨਾਂ ਦੀ ਲੜਾਈ, ਉਹਨਾਂ ਦੇ ਹੱਕਾਂ ਦੀ ਲੜਾਈ ਵਾਸਤੇ ਆ ਦੋਨੋਂ ਪਾਰਟੀਆਂ ਲੜਦੀਆਂ ਰਹੀਆਂ। ਅੱਜ ਦਾ ਦਿਨ ਦੇ ਬਾਅਦ ਦੇਖੀਏ ਤਾਂ ਹੁਣ ਆਉਂਦੇ ਦਿਨਾਂ ਦੇ ਵਿੱਚ ਬਾਕੀ ਪਾਰਟੀਆਂ ਵਾਸਤੇ ਇੱਕ ਸਰਦਰਦੀ ਜ਼ਰੂਰ ਖੜੀ ਹੋ ਗਈ ਹੈ, ਕਿਉਂਕਿ ਜਦੋਂ ਇੱਕ ਵੱਡਾ ਵੋਟ ਬੈਂਕ ਸਿੱਧੇ ਤੌਰ ਤੇ ਆਪਦੀ ਵਿਰੋਧੀ ਪਾਰਟੀ ਦੇ ਨਾਲ ਜਾ ਕੇ ਮਿਲ ਜੇ, ਜੁੜ ਜੇ, ਪਾਰਟੀ ਦਾ ਨਾਂ ਜੁੜ ਜੇ, ਤਾਂ ਉਸ ਤੋਂ ਬਾਅਦ ਬਾਕੀਆਂ ਦੇ ਸਮੀਕਰਨ ਹਿੱਲਦੇ ਨੇ। ਸਮੀਕਰਨਾਂ ਦਾ ਸਭ ਤੋਂ ਵੱਡਾ ਖੇਡ ਦੇਖੀਏ ਤਾਂ ਰਾਜਨੀਤੀ ਦੇ ਵਿੱਚ ਇਹੀ ਦੇਖਿਆ ਜਾਂਦਾ ਹੈ ਕਿ ਸਿਆਸਤ ਨੂੰ ਕਿਸ ਤਰ੍ਹਾਂ ਦੇ ਨਾਲ ਇਹ ਅੰਕੜੀ ਘੁਮਾ ਕੇ ਰੱਖ ਦਿੰਦੇ ਨੇ, ਕਿਉਂਕਿ ਆਮ ਲੋਕ ਦੇਖਦੇ ਨੇ ਕਿ ਜਿੱਤ ਹਾਰ ਕਿਸ ਦੀ ਹੋਈ, ਪਰ ਲੀਡਰ ਜਦੋਂ ਚੋਣਾਂ ਦੇ ਵਿੱਚ ਉਤਰਦੇ ਨੇ ਤਾਂ ਉਹ तमाम ਅੰਕੜਿਆਂ ਨੂੰ ਦੇਖਦੇ ਨੇ, तमाम ਸਮੀਕਰਨਾਂ ਨੂੰ ਦੇਖਦੇ ਨੇ, तमाम ਏਜੰਡਿਆਂ ਨੂੰ ਦੇਖਦੇ ਨੇ ਕਿ ਆਖਰ ਅੱਗੇ ਜਾ ਕੇ ਕਿਹੜਾ ਜਿੱਤ ਤੱਕ ਸਾਨੂੰ ਲੈ ਕੇ ਜਾਊਗਾ। ਬਸਪਾ ਦਾ ਸਾਥ ਅਕਾਲੀ ਦਲ ਨੂੰ ਮਿਲ ਗਿਆ ਹੈਗਾ, 3 ਸੀਟਾਂ ਹਜੇ ਬਚਦੀਆਂ ਨੇ ਤਾਂ ਉਹ ਮਾਸਟਰ ਸਟ੍ਰੋਕ ਕਿਤੇ ਵੀ ਲੱਗ ਸਕਦਾ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਵੀ ਹੈ ਕਿ ਬੀਜੇਪੀ ਦੇ ਕਈ ਸੀਨੀਅਰ ਲੀਡਰ ਨੇ ਜਿਹੜੇ ਉਹ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਨੇ, ਪਰ ਅਕਾਲੀ ਦਲ ਇਹ ਗੱਲ ਕਹਿੰਦਾ ਕਿ ਜਦੋਂ ਸਾਡੇ ਕੋਲ ਸੀਟਾਂ ਹੈ ਨਹੀਂ ਉਹਨਾਂ ਨੂੰ ਦੇਣ ਨੂੰ, ਤਾਂ ਅਸੀਂ ਆਪਣੇ ਕੋਈ ਸੀਨੀਅਰ ਲੀਡਰ ਨਹੀਂ ਨਾਰਾਜ਼ ਕਰ ਸਕਦੇ, ਇਸ ਕਰਕੇ ਗੱਲਬਾਤ ਚੱਲ ਰਹੀ ਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਲੀਡਰ, ਅਕਾਲੀ ਲੀਡਰ ਕਹਿੰਦੇ ਨੇ ਕਿ ਆਉਣ ਨੂੰ ਸਾਡੇ ਨਾਲ ਰਾਜੀ ਹੋ ਰਹੇ ਨੇ, ਪਰ ਸਾਨੂੰ ਪਤਾ ਹੈ ਉਹ ਜਿੱਤ ਨਹੀਂ ਸਕਦੇ, ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਨਾਲ ਨਹੀਂ ਰਲਾਵਾਂਗੇ। ਤਾਂ ਗੱਲ ਇਹ ਕਿ ਜਿਸ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਸੀ ਕਿ ਅਕਾਲੀ ਦਲ ਦੇ ਨਾਲ ਕੋਈ ਜਾਣਾ ਨਹੀਂ ਚਾਹੁੰਦਾ, ਤਾਂ ਹਰ ਲੀਡਰ ਅਤੇ ਪਾਰਟੀਆਂ ਅਕਾਲੀ ਦਲ ਦੇ ਨਾਲ ਆਉਣ ਦੇ ਲਈ ਤਿਆਰ ਕਿਵੇਂ ਹੋ ਰਹੀਆਂ ਨੇ, ਤਾਂ ਵਿਰੋਧੀਆਂ ਵਾਸਤੇ ਵਿਪਦਾ ਦੀ ਘੜੀ ਹੈ ਕਿ ਜਿਸ ਅਕਾਲੀ ਦਲ ਨੂੰ ਲੈ ਕੇ ਸਵਾਲ ਖੜੇ ਕਰਦੇ ਸੀ ਤੇ ਸੌਖਾ ਸਮਝਦੇ ਸੀਗੇ ਕਿ ਅਕਾਲੀ ਦਲ ਨੂੰ ਅਸੀਂ ਕਿਤੇ ਨਾ ਕਿਤੇ ਦਬਲਾਂਗੇ, ਤਾਂ ਉਹ ਸਮੀਕਰਨ ਹੁਣ ਪੁੱਠੇ ਪੈਂਦੇ ਨਜ਼ਰ ਆ ਰਹੇ ਨੇ। ਅਕਾਲੀ ਦਲ ਉਨੀ ਬੂਸਟ ਦੇ ਨਾਲ ਉੱਠਦਾ ਹੋਇਆ ਦਿਖਾਈ ਦੇ ਰਿਹਾ ਹੈ। ਕਿਹਾ ਜਾ ਸਕਦਾ ਸਿਆਸਤ ਦੇ ਵਿੱਚ ਇਹ ਇੱਕ ਐਗਜ਼ਾਮਪਲ ਹੈ ਕਿ ਜਿਹੜੀ ਚੀਜ਼ ਬਹੁਤ ਨੀਚੇ ਹੋਵੇ ਤਾਂ ਕੋਈ ਜ਼ਰੂਰੀ ਨਹੀਂ ਕਿ ਉਹ ਦਬ ਕੇ ਰਹਿ ਜੂ, ਬਲਕਿ ਉਹ ਕਿੰਨਾ ਬੂਸਟ ਕਰਕੇ ਉੱਪਰ ਉੱਠਦੀ ਆ, ਤਾਂ ਉਹ ਅਕਾਲੀ ਦਲ ਦੀ ਇਸ ਮੌਜੂਦਾ ਸਥਿਤੀ ਨੂੰ ਦੇਖਿਆ ਜਾ ਸਕਦਾ ਕਿ ਹਰ ਕੋਈ ਆਉਣਾ ਚਾਹੁੰਦਾ, ਤਾਂ ਸਮੀਕਰਨਾਂ ਦੇ ਵਿੱਚ ਬਦਲਾਅ ਬੜੀ ਛੇਤੀ ਹੋ ਗਿਆ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਸਿੰਘ, ਫਾਸਟ ਨਿਊਜ਼, ਚੰਡੀਗੜ੍ਹ।